ਇਹ ਹਰਾ, ਇਹ ਲਾਲ ਆ, ਇਹ ਨੀਲਾ। ਪਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਜਿਸ ਚੀਜ਼ ਨੂੰ ਤੁਸੀਂ ਨੀਲਾ ਵੇਖ ਰਹੇ ਹੋ ਉਹ ਉਹੀ ਨੀਲਾ ਹੈ ਜੋ ਮੈਂ ਵੇਖਦਾ ਹਾਂ। ਕਮਿਊਨੀਕੇਟ ਅਤੇ ਰੈਫਰੈਂਸ ਲਈ ਅਸੀਂ ਰੰਗਾਂ ਨੂੰ ਨਾਮ ਦਿੱਤਾ। ਇਹ ਜਾਣਨ ਦਾ ਕੋਈ ਤਰੀਕਾ ਨਹੀਂ ਕਿ ਜੋ ਤੁਸੀਂ ਵੇਖਦੇ ਹੋ ਉਹ ਉਹੀ ਹੈ ਜਿਵੇਂ ਕੋਈ ਹੋਰ ਵਿਅਕਤੀ ਵੇਖਦਾ। ਇੱਥੋਂ ਤੱਕ ਕਿ ਛੋਟੇ ਕਦਮਾਂ ਅਤੇ ਵਿਸ਼ਾਲ ਪ੍ਰਸੰਗ ਦੇ ਨਾਲ ਅਸੀਂ ਇੱਕ ਸਪੀਸੀਜ਼ ਦੇ ਰੂਪ ਵਿੱਚ ਬਣੇ। ਧਰਤੀ, ਜੀਵਨ ਅਤੇ ਮਨੁੱਖੀ ਸਥਿਤੀ ਬਾਰੇ ਬਹੁਤ ਕੁਝ ਸਿੱਖਣ ਲਈ ਅਜੇ ਬਹੁਤ ਕੁਝ ਬਾਕੀ ਹੈ। ਇੱਥੇ ਅਜੇ ਵੀ ਸਭ ਕੁਝ ਹੈ ਜੋ ਅਸੀਂ ਨਹੀਂ ਜਾਣਦੇ। ਸਾਡੇ ਕੋਲ ਇਹ ਦੱਸਣ ਦਾ ਕੋਈ ਤਰੀਕਾ ਨਹੀਂ ਕਿ ਤੁਸੀਂ ਅਤੇ ਮੈਂ ਚੀਜ਼ਾਂ ਨੂੰ ਇੱਕੋ ਜਿਹਾ ਮਹਿਸੂਸ ਕਰਦੇ ਹਾਂ। ਜਿਸ ਨੂੰ ਮੈਂ ਲਾਲ ਕਹਿੰਦਾ ਹਾਂ ਸ਼ਾਇਦ ਉਹ ਹੋਵੇ ਜਿਸ ਨੂੰ ਤੁਸੀਂ ਨੀਲਾ ਕਹਿੰਦੇ ਹੋ। ਅਤੇ ਇੱਥੇ ਅਜਿਹਾ ਵੀ ਕੋਈ ਹੋ ਸਕਦਾ ਜਿਸ ਨੂੰ ਮਨੁੱਖਾਂ ਦੇ ਦੰਦ ਜਾਮਣੀ ਰੰਗ ਦੇ ਦਿੰਦੇ ਨੇ, ਪਰ ਬਸ ਉਹ ਇਸ ਨੂੰ ਚਿੱਟਾ ਮੰਨਦਾ ਹੈ। ਧਰਤੀ ਦੀ ਸਤ੍ਹਾ ਦਾ 71% ਹਿੱਸਾ ਪਾਣੀ ਦੁਆਰਾ ਘਿਰਿਆ ਹੋਇਆ। ਮਨੁੱਖ ਲਗਭਗ 60% ਪਾਣੀ ਦੇ ਬਣੇ ਹੁੰਦੇ ਨੇ। ਆਲੂ 80%, ਤਰਬੂਜ 93% ਅਤੇ ਖੀਰੇ 95%। ਇਹ ਬਹੁਤ ਸਪਸ਼ਟ ਹੈ ਕਿ ਪਾਣੀ ਧਰਤੀ ਦੇ ਜੀਵਨ ਲਈ ਜ਼ਰੂਰੀ ਹੈ, ਪਰ ਸਾਨੂੰ ਪਾਣੀ ਬਾਰੇ ਸੱਚਮੁੱਚ ਬਹੁਤ ਕੁਝ ਨਹੀਂ ਪਤਾ। ਉਹਨਾਂ ਸਮੁੰਦਰਾਂ ਬਾਰੇ ਵੀ ਨਹੀਂ ਜਿਨ੍ਹਾਂ ਤੋਂ ਅਸੀਂ ਆਏ ਹਾਂ। ਦਰਅਸਲ ਅਸੀਂ ਸਿਰਫ ਧਰਤੀ ਦੇ ਸਮੁੰਦਰਾਂ ਦੇ 5 ਤੋਂ 10% ਨੂੰ ਹੀ ਐਕਸਪਲੋਰ ਕੀਤਾ। ਬਾਕੀ ਖੈਰ ਕੌਣ ਜਾਣਦਾ ਹੈ ਕਿ ਇੱਥੇ ਕੀ ਹੈ। ਇਹ ਇਸ ਤੋਂ ਵੀ ਡਰਾਉਣਾ ਹੈ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਮੱਛੀ ਜਿਵੇਂ ਕਿ ਬਲੌਫਿਸ਼ ਅਤੇ ਬੈਰਲ ਆਈਡ ਫਿਸ਼ ਇਸ ਪਤਲੀ ਪ੍ਰਤੀਸ਼ਤ ਬਿਜਲੀ ਖੋਜ ਨਾਲ ਸੰਬੰਧਿਤ ਹੈ। ਜਿੰਨਾ ਡੂੰਘਾ ਤੁਸੀਂ ਜਾਓਗੇ ਓਨੀਆਂ ਹੀ ਕਰੇਜੀ ਇਹ ਚੀਜ਼ਾਂ ਲੱਗਦੀਆਂ ਨੇ। ਸਮੁੰਦਰ ਦੇ ਤਲ 'ਤੇ ਕੀ ਹੈ ਬਹੁਤੇ ਹਿੱਸੇ ਲਈ ਅਸੀਂ ਬਸ ਨਹੀਂ ਜਾਣਦੇ। ਪਰ ਸਤ੍ਹਾ 'ਤੇ ਉਹ ਦੇਸ਼ ਜੋ ਪਾਣੀ ਨਾਲ ਘਿਰੇ ਹੋਏ ਨੇ ਆਪਣੇ ਖੇਤਰ ਨੂੰ ਦਰਸਾਉਣ ਲਈ ਕੋਸਟ ਲਾਈਨ ਦੀ ਮਦਦ ਲੈਂਦੇ ਨੇ। ਕੋਸਟ ਸਮੁੰਦਰ ਦੇ ਨਾਲ ਦੀ ਧਰਤੀ ਹੁੰਦੀ ਆ ਅਤੇ ਕੋਸਟ ਅਤੇ ਸਮੁੰਦਰ ਦੇ ਵਿਚਕਾਰ ਇੱਕ ਸੀਮਾ ਜਿਸ ਨੂੰ ਕੋਸਟ ਲਾਈਨ ਦੇ ਤੌਰ 'ਤੇ ਜਾਣਿਆ ਜਾਂਦਾ। ਤਾਂ ਫਿਰ US ਜਾਂ ਦੁਨੀਆ ਦੀ ਕੋਈ ਹੋਰ ਕੋਸਟ ਲਾਈਨ ਕਿੰਨੀ ਲੰਬੀ ਹੈ? ਜਵਾਬ ਹੈ ਸਾਨੂੰ ਅਸਲ ਵਿੱਚ ਨਹੀਂ ਪਤਾ। ਕੋਸਟ ਲਾਈਨਜ਼ ਨਿਰੰਤਰ ਬਦਲਦੀਆਂ ਰਹੀਆਂ ਨੇ। ਜੇ ਤੁਸੀਂ ਕਿਸੇ ਵੀ ਕੋਸਟ ਲਾਈਨ ਦੇ ਮਾਪ ਦੀ ਤਤਕਾਲ ਗੂਗਲ ਸਰਚ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਵੱਖਰੇ ਜਵਾਬ ਮਿਲ ਜਾਣਗੇ। ਇੱਕ ਸਪੀਸੀਜ਼ ਦੇ ਤੌਰ 'ਤੇ ਮਾਨਵਤਾ। ਖੈਰ ਅਸੀਂ ਆਪਣੇ ਲਈ ਵਧੀਆ ਕੀਤਾ ਹੈ, ਬਹੁਤ ਕੁਝ ਇਨਵੈਂਟ ਕੀਤਾ ਅਤੇ ਕਰ ਰਹੇ ਹਾਂ, ਕਰਦੇ ਰਹਾਂਗੇ। ਮੌਸਮ ਤੋਂ ਬਚਣ ਲਈ ਅਤੇ ਜਿਵੇਂ ਜਿਵੇਂ ਮਾਨਸਿਕਤਾ ਬਦਲੀ ਅਸੀਂ ਕੱਪੜੇ ਬਣਾਏ, ਘਰ ਬਣਾਏ ਤਾਂ ਜੋ ਅਸੀਂ ਜੰਗਲੀ ਜੀਵਨ ਤੋਂ ਆਰਾਮ ਅਤੇ ਤੰਦਰੁਸਤੀ ਲਈ ਸੁਰੱਖਿਅਤ ਰਹਿ ਸਕੀਏ। ਭੋਜਨ ਦੀ ਭਾਲ ਕਰਨ ਲਈ ਹਥਿਆਰ, ਅਦਲਾ ਬਦਲੀ ਲਈ ਪੈਸੇ। ਪਰ ਅੱਗ ਬਾਰੇ ਤੁਹਾਡਾ ਕੀ ਵਿਚਾਰ ਆ? ਕੀ ਅੱਗ ਇੱਕ ਡਿਸਕਵਰੀ ਸੀ ਜਾਂ ਇਨਵੈਂਸ਼ਨ? ਅਤੇ ਮਿਊਜ਼ਿਕ। ਵਿਗਿਆਨੀਆਂ ਦੁਆਰਾ ਮਿਊਜ਼ਿਕ ਨੂੰ ਤੁਲਨਾਤਮਕ ਤੌਰ 'ਤੇ ਹਾਲ ਹੀ ਦੀ ਇਨਵੈਂਸ਼ਨ ਦੱਸਿਆ ਗਿਆ। ਇਹ ਮੰਨਿਆ ਜਾਂਦਾ ਕਿ ਮਿਊਜ਼ਿਕ ਨੇ ਸਾਡੇ ਪੂਰਵਜਾਂ 'ਚ ਨੇੜਤਾ ਬਣਾਈ ਰੱਖਣ 'ਚ ਸਹਾਇਤਾ ਕੀਤੀ। ਪਰ ਕੀ ਮਨੁੱਖਾਂ ਨੇ ਸੱਚਮੁੱਚ ਮਿਊਜ਼ਿਕ ਨੂੰ ਇਨਵੈਂਟ ਕੀਤਾ, ਜਾਂ ਕੀ ਅਸੀਂ ਹੁਣੇ ਪਤਾ ਲਗਾ ਲਿਆ ਹੈ ਕਿ ਕੁਝ ਆਵਾਜ਼ਾਂ ਦੂਜੀਆਂ ਆਵਾਜ਼ਾਂ ਨਾਲ ਵਧੀਆ ਲੱਗਦੀਆਂ ਨੇ? ਪੰਛੀ ਗਾਉਂਦੇ ਆ, ਇੱਥੋਂ ਤੱਕ ਕਿ ਰੁੱਖ ਦੇ ਡੱਡੂਆਂ ਵਿੱਚ ਕਈ ਵਾਰ ਵਧੀਆ ਰਿਚ ਬੈਰੋਟੀਨ ਹੁੰਦਾ। ਤਾਂ ਫਿਰ ਕੀ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੇ ਮਿਊਜ਼ਿਕ ਨੂੰ ਇਨਵੈਂਟ ਕੀਤਾ? ਜੇ ਕੀਤਾ ਹੈ ਤਾਂ ਮਿਊਜ਼ਿਕ ਦੀ ਅਸਲ ਪਰਿਭਾਸ਼ਾ ਕੀ ਹੈ? ਮੇਰਾ ਖਿਆਲ ਹੈ ਕਿ ਅਸੀਂ ਕਦੇ ਨਹੀਂ ਜਾਣ ਪਾਵਾਂਗੇ। ਵਾਸਤਵ ਵਿੱਚ ਇੱਕ ਬਹੁਤ ਲੰਮੇ ਸਮੇਂ ਲਈ ਵਿਗਿਆਨੀ ਇਹ ਯਕੀਨ ਕਰਦੇ ਸੀ ਕਿ ਅਸੀਂ ਇਕੱਲੇ ਜਾਨਵਰ ਹਾਂ ਜੋ ਕਈ ਤਰ੍ਹਾਂ ਦੇ ਸਾਧਨਾਂ ਅਤੇ ਸੰਦਾਂ ਦੀ ਵਰਤੋਂ ਨਾਲ ਜਲਦੀ ਵਿਕਾਸ ਕਰਨ ਦੇ ਯੋਗ ਸੀ। ਸਿਵਾਏ ਅਸੀਂ ਇਕੱਲੇ ਹੀ ਨਹੀਂ ਜੋ ਸਾਧਨ ਵਰਤਦੇ ਹਾਂ। ਦਰਅਸਲ ਬਹੁਤ ਸਾਰੇ ਜਾਨਵਰ, ਮੁੱਖ ਤੌਰ 'ਤੇ ਪ੍ਰਾਈਮੇਟਸ, ਹਰ ਕਿਸਮ ਦੇ ਕਾਰਨਾਂ ਕਰਕੇ ਸੰਦਾਂ ਦੀ ਵਰਤੋਂ ਕਰਦੇ ਨੇ। ਅਫਰੀਕਾ ਦੇ ਚਿੰਪੈਂਜ਼ੀਜ਼ ਤੇ ਜੇਨ ਗੁਡਾਲ ਦੁਆਰਾ ਕੀਤੇ ਅਧਿਐਨ ਮਨੁੱਖ ਦੀ ਪਰਿਭਾਸ਼ਾ ਨੂੰ ਸਦਾ ਲਈ ਬਦਲ ਦੇਣਗੇ। ਖੋਜ ਵਿੱਚ ਇਹ ਪਾਇਆ ਗਿਆ ਕਿ ਇਹ ਚਿੰਪੈਂਜ਼ੀ ਭੋਜਨ ਇਕੱਠਾ ਕਰਨ, ਆਪਣੇ ਦੰਦ ਬੁਰਸ਼ ਕਰਨ ਅਤੇ ਹੋਰ ਵੀ ਬਹੁਤ ਸਾਰੇ ਸੰਦਾਂ ਦੀ ਵਰਤੋਂ ਕਰਦੇ ਸਨ। ਤਾਂ ਇਸ ਦੇ ਜਵਾਬ ਵਿੱਚ ਕੀ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਹੁਣ ਆਦਮੀ ਜਾਂ ਟੂਲ ਨੂੰ ਦੁਬਾਰਾ ਪਰਿਭਾਸ਼ਿਤ ਕਰਨਾ ਪਵੇਗਾ? ਉਹ ਉਹੀ ਚੀਜ਼ਾਂ ਲਈ ਸਾਧਨ ਵਰਤਦੇ ਹਨ ਜਿਨ੍ਹਾਂ ਲਈ ਅਸੀਂ ਵਰਤਦੇ ਹਾਂ। ਕੀ ਅਸੀਂ ਚਿੰਪੈਂਜ਼ੀ ਨੂੰ ਮਨੁੱਖ ਮੰਨਦੇ ਹਾਂ? ਖੈਰ ਬਿਲਕੁਲ ਨਹੀਂ। ਇਹ ਪ੍ਰਸ਼ਨ ਉੱਠਦਾ ਹੈ, ਜੇ ਸੰਦਾਂ ਦੀ ਵਰਤੋਂ ਨਾਲ ਨਹੀਂ ਤਾਂ ਫਿਰ ਸਾਨੂੰ ਕਿਹੜੀ ਚੀਜ਼ ਮਨੁੱਖ ਬਣਾਉਂਦੀ ਹੈ? ਉਸੇ ਖੋਜ ਵਿੱਚ ਇਹ ਵੀ ਪਤਾ ਲਗਾਇਆ ਕਿ ਚਿੰਪੈਂਜ਼ੀ ਦੀਆਂ ਵਿਅਕਤੀਗਤ ਸ਼ਖਸੀਅਤਾਂ ਹੁੰਦੀਆਂ ਨੇ ਅਤੇ ਉਹ ਭਾਵਨਾਵਾਂ ਅਤੇ ਉਦਾਸੀ ਵਰਗੇ ਤਰਕਸ਼ੀਲ ਵਿਚਾਰਾਂ ਦੇ ਸਮਰੱਥ ਹਨ। ਉਹ ਜੱਫੀ ਅਤੇ ਇੱਥੋਂ ਤੱਕ ਕਿ ਇੱਕ ਦੂਜੇ ਨਾਲ ਮਜ਼ਾਕ ਵੀ ਕਰਦੇ ਨੇ।
ਉਹਨਾਂ ਨੇ ਪਰਿਵਾਰਕ ਮੈਂਬਰਾਂ ਅਤੇ ਕਮਿਊਨਿਟੀ ਦੇ ਹੋਰਾਂ ਮੈਂਬਰਾਂ ਨਾਲ ਪਿਆਰ ਭਰੇ ਬੰਧਨ ਵਿਕਸਿਤ ਕੀਤੇ ਅਤੇ ਇਹਨਾਂ ਵਿੱਚੋਂ ਕੁਝ ਬੰਧਨ 50 ਸਾਲਾਂ ਤੋਂ ਵੱਧ ਚੱਲੇ। ਜੇ ਭਾਵਨਾਵਾਂ, ਤਰਕਸ਼ੀਲ ਸੋਚ ਅਤੇ ਪਿਆਰ ਭਰੇ ਕੰਮ ਨਹੀਂ ਤਾਂ ਫਿਰ ਸਾਨੂੰ ਕੀ ਮਨੁੱਖ ਬਣਾਉਂਦਾ ਹੈ? ਅਤੀਤ ਵਿੱਚ ਇਹ ਸੋਚਿਆ ਜਾਂਦਾ ਸੀ ਕਿ ਮਨੁੱਖ ਸਿਰਫ ਇਕੱਲੇ ਜਾਨਵਰ ਹਨ ਜੋ ਸੈਲਫ ਅਵੇਅਰ ਆ। ਹਾਲਾਂਕਿ ਪਿਛਲੇ 30 ਸਾਲਾਂ ਵਿੱਚ ਵਿਆਪਕ ਖੋਜ ਨੇ ਇਹ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਹੋਰ ਜਾਨਵਰ ਵੀ ਹਨ। ਦਰਅਸਲ ਸਾਲ 2012 ਵਿੱਚ ਨਿਊਰੋਸਾਇੰਟਿਸਟ ਦੇ ਇੱਕ ਸਮੂਹ ਨੇ ਚੇਤਨਾ ਬਾਰੇ ਕੈਂਬਰਿਜ ਘੋਸ਼ਣਾ ਪੱਤਰ ਬਣਾਇਆ, ਜਿਸ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਚੇਤਨਾ ਪੈਦਾ ਕਰਨ ਵਾਲਾ ਇਕਲੌਤਾ ਜੀਵ ਨਹੀਂ ਹੈ। ਗੈਰ ਮਨੁੱਖੀ ਜਾਨਵਰ, ਸਾਰੇ ਥਣਧਾਰੀ ਅਤੇ ਪੰਛੀਆਂ ਸਮੇਤ ਅਤੇ ਕਈ ਹੋਰ ਜੀਵ ਆਕਟੋਪਸ ਸਮੇਤ ਇਸ ਕੈਟਾਗਰੀ ਵਿੱਚ ਸ਼ਾਮਲ ਹਨ। ਜੇ ਚੇਤਨਾ, ਭਾਵਨਾ, ਜਾਗ੍ਰਿਤੀ ਅਤੇ ਮਹਿਸੂਸ ਕਰਨ ਅਤੇ ਅਨੁਭਵ ਕਰਨ ਦੀ ਯੋਗਤਾ ਨਹੀਂ ਤਾਂ ਸਾਨੂੰ ਕਿਹੜੀ ਚੀਜ਼ ਮਨੁੱਖ ਬਣਾਉਂਦੀ ਹੈ? ਅਸੀਂ ਸੱਚਮੁੱਚ ਨਹੀਂ ਜਾਣਦੇ। ਅਸੀਂ ਬਸ ਜਾਣਦੇ ਹਾਂ ਕਿ ਇੱਕ ਦਿਨ ਅਸੀਂ ਨਹੀਂ ਸੀ, ਅੱਜ ਅਸੀਂ ਹਾਂ ਅਤੇ ਇੱਕ ਦਿਨ ਅਸੀਂ ਨਹੀਂ ਹੋਵਾਂਗੇ।